अस्सलामुअलैकुम मेरे बच्चों, क्या हाल चाल है? ठीक ठाक हो? अल्लाह का शुक्र है, मैं भी ठीक ठाक हूँ। मिर्च मसाला विद ज़हदा के किचन में आप सबको खुश आमदीद। आज हम आपको बनाना सिखाएंगे कटा अचार। तो आओ देखने हैं कि किमें असी बनाने हैं। जिवें कि देखते पे जे कि असी ਇਹ ਕੱਚੇ ਅੰਬ ਲਏ ਨੇ ਤੇ 7 ਕਿਲੋ ਅਸੀਂ ਅੰਬ ਲਏ ਨੇ ਤੇ ਅਸੀਂ ਇਹ ਕੱਟਨੇ ਪਏ ਆ। ਇਹ ਦੇਖੋ ਕਿਵੇਂ ਅਸੀਂ ਕੱਟਣ ਦੇ ਆ ਤੇ ਤੁਸੀਂ ਵੀ ਇੰਜ ਹੀ ਕੱਟਣਾ। ਚਾਵਲਾਂ ਨਾਲ ਖਾਣ ਵਾਸਤੇ ਅਸੀਂ ਹਰ ਸਾਲ ਇੰਜ ਹੀ ਅਚਾਰ ਪਾਉਂਦੇ ਹਾਂ ਅਤੇ ਅਸੀਂ ਸਾਡੇ ਦਾਦੀਆਂ ਨਾਨੀਆਂ ਪਾਉਂਦੀਆਂ ਹੁੰਦੀਆਂ ਸੀ ਅਤੇ ਅਸੀਂ ਉਂਝ ਹੀ ਪਾਉਂਦੇ ਹਾਂ ਅਤੇ ਤੁਸੀਂ ਵੀ ਵੇਖੋ ਅਤੇ ਅਚਾਰ ਇੰਝ ਪਾਓ ਅਤੇ ਤੁਹਾਨੂੰ ਬੜਾ ਆਸਾਨ ਤਰੀਕਾ ਹੈਗਾ ਵੇ। ਅਤੇ ਸਾਬਤ ਅਚਾਰ ਜਿਹੜਾ ਉਹਨੂੰ ਕੱਟਣਾ ਤੋੜਨਾ ਪੈਂਦਾ। ਇਹ ਵੇਖੋ ਹੁਣ ਜਿਵੇਂ ਕਿ ਅਸੀਂ ਕੱਟ ਲਿਆ ਸਾਰਾ। ਅਸੀਂ ਹੁਣ ਅੰਬਾਂ ਨੂੰ ਲਾਉਣ ਲੱਗੇ ਹਾਂ ਨਮਕ। ਤਕਰੀਬਨ ਤੁਸੀਂ ਅੱਧਾ ਕੁ ਕਿਲੋ ਲਾ ਦੇਣਾ। ਨਮਕ ਜ਼ਿਆਦਾ ਲੱਗਾ ਹੋਵੇ ਨਾ ਅਤੇ ਫਿਰ ਅੰਬ ਜਿਹੜੇ ਨਾ ਖਰਾਬ ਨਹੀਂ ਹੁੰਦੇ, ਇਹਨਾਂ 'ਚ ਸਹੀ ਨਮਕ ਰਚ ਜਾਂਦਾ ਵੇ। ਹੁਣ ਅਸੀਂ ਹਲਦੀ ਲਾਉਣ ਲੱਗੇ ਹਾਂ ਅਤੇ ਤਕਰੀਬਨ ਕੋਈ 5-6 ਚਮਚ ਲਾ ਦੇਣਾ। ਅਤੇ ਇਹਨੂੰ ਹੁਣ ਇੱਕ ਦਿਨ ਵਾਸਤੇ ਅਸੀਂ ਰੱਖ ਦੇਣਾ ਵੇ। ਇਹਨੂੰ ਢੱਕ ਕੇ ਰੱਖ ਦੇਣਾ ਵੇ ਅਤੇ ਕੋਈ 2-3 ਘੰਟੇ ਬਾਅਦ ਅਸੀਂ ਇਹਨੂੰ ਮਿਕਸ ਕਰ ਲੈਣਾ ਵੇ। ਯਾਨੀ ਕਿ ਅਸੀਂ ਉੱਤੇ ਥੱਲੇ ਕਰ ਲੈਣਾ, ਸਾਰਾ ਮਿਕਸ ਕਰਕੇ ਤੈਨੂੰ ਕੱਜ ਦੇਣਾ। ਹੁਣ ਅਸੀਂ ਮਿਰਚਾਂ ਦੇ ਵਿੱਚ ਮਸਾਲਾ ਭਰਨ ਲੱਗੇ ਹਾਂ ਅਤੇ ਤੁਹਾਨੂੰ ਵਿਖਾਉਂਦੇ ਕਿ ਮਸਾਲਾ ਕਿਵੇਂ ਭਰਨਾ ਹੈ। ਇਹ ਵੇਖੋ ਵਿੱਚ ਟੱਕ ਲਾਈ ਦਾ ਵੇ ਦਰਮਿਆਨ ਦੇ ਵਿੱਚ ਬਿਲਕੁਲ। ਇਹ ਇੰਝ ਇਹ ਟੱਕ ਲਾਤਾ ਹੈ ਅਤੇ ਇੰਝ ਹੀ ਅਸੀਂ ਸਾਰੀਆਂ ਮਿਰਚਾਂ ਨੂੰ ਟੱਕ ਲਾਉਣਾ ਵੇ। ਤਕਰੀਬਨ ਸਾਰੀਆਂ ਲੱਗ ਗਿਆ ਵੇ। ਹੁਣ ਮਿਰਚਾਂ ਅਸੀਂ ਸਾਰੀਆਂ ਕੱਟ ਲਈਆਂ ਨੇ। ਤੁਸੀਂ ਆਪਣੀ ਮਰਜ਼ੀ ਨਾਲ ਵੀ ਪਾ ਸਕਦੇ ਜੇ, ਜਿੰਨੀਆਂ ਮਰਜ਼ੀ ਮਿਰਚਾਂ ਪਾਓ। ਨਿੰਬੂ ਪਾਓ। ਇਹ ਹੁਣ ਅਸੀਂ ਨਿੰਬੂ ਕੱਟਣ ਲੱਗੇ, ਅਸੀਂ ਇੱਕ ਨਿੰਬੂ ਦੇ 4-4 ਪੀਸ ਕਰਨੇ ਨੇ। ਇੰਝ ਇਹ ਦੇਖੋ ਇਹ ਪੀਸ ਅਸੀਂ ਕਰਨ ਲੱਗੇ ਹਾਂ ਅਤੇ ਆਪਣੀ ਮਰਜ਼ੀ ਨਾਲ ਪਾਓ, ਜਿੰਨੀਆਂ ਮਰਜ਼ੀ ਮਿਰਚਾਂ ਜ਼ਾਇਕਾ ਕਰਨਾ ਮੈਂ ਅਚਾਰ ਦੇ ਵਿੱਚ। ਹੁਣ ਅਸੀਂ ਤੁਹਾਨੂੰ ਨਾ ਮਸਾਲਾ ਬਣਾਉਣ ਦਾ ਤਰੀਕਾ ਦੱਸਦੇ ਹਾਂ। 1 ਚਮਚ ਅਸੀਂ ਪਾਇਆ ਵੇ ਸੁੱਕੇ ਧਨੀਏ ਦਾ। ਨਮਕ ਦੇ 2 ਚਮਚ, 3 ਚਮਚ ਨਮਕ ਦੇ, 3 ਚਮਚ ਨਮਕ ਅਤੇ 2 ਚਮਚ ਅਸੀਂ ਸੁਰਖ ਮਿਰਚਾਂ ਦੇ ਅਤੇ 1 ਚਮਚ ਅਸੀਂ ਕੁੱਟੀਆਂ ਮਿਰਚਾਂ ਦਾ ਪਾਇਆ ਹੈ। ਹਲਦੀ ਦੀ 1 ਚਮਚੀ ਪਾਈ ਹੈ। ਅਸੀਂ ਨਿੰਬੂ ਦਾ ਰਸ ਪਾਉਣ ਲੱਗਿਆ। ਅਸੀਂ ਨਿੰਬੂ ਦਾ ਰਸ ਇੰਨਾ ਕੁ ਪਾਇਆ ਕਿ ਮਸਾਲਾ ਜਿਹੜਾ ਨਾ ਸਾਡਾ ਗਿੱਲਾ ਹੋ ਜਾਵੇ ਅਤੇ ਸੁੱਕਾ ਮਸਾਲਾ ਜ਼ਰਾ ਉੱਡਦਾ ਵੇ। ਅਤੇ ਇਹਨੂੰ ਵੇਖੋ ਮੈਂ ਜ਼ਰਾ ਗਿੱਲਾ ਕਰ ਲਿਆ। ਫਿਰ ਨਿੰਬੂ ਇੰਨਾ ਕੁ ਨਿੰਬੂ ਦਾ ਰਸ ਪਾਇਆ। ਅਗਰ ਤੁਹਾਡੇ ਕੋਲ ਨਿੰਬੂ ਦਾ ਰਸ ਹੈਗਾ ਠੀਕ ਹੈ, ਤੁਸੀਂ ਸਿਰਕਾ ਵੀ ਪਾ ਸਕਦੇ ਜੇ। ਸਿਰਕੇ ਦੇ ਨਾਲ ਵੀ ਪਾ ਕੇ ਅਤੇ ਤੁਸੀਂ ਮਿਰਚਾਂ ਭਰ ਸਕਦੇ ਜੇ। ਅਤੇ ਇਹ ਵੇਖੋ ਹੁਣ ਮੈਂ ਭਰਨ ਲੱਗੀ ਹਾਂ। ਬਿਸਮਿल्लाह रहमान रहीम। ਚਮਚ ਨਾਲ ਨਹੀਂ ਭਰਿਆ ਜਾਣਾ ਅਤੇ ਹੱਥ ਨਾਲ ਹੀ ਭਰਨੇ ਆ। ਇਹ ਵੇਖੋ ਹੱਥ ਦੇ ਨਾਲ ਭਰਨ ਡਈ ਹਾਂ ਅਤੇ ਹੱਥ ਦੇ ਨਾਲ ਭਰਨ ਦਾ ਜ਼ਾਇਕਾ ਹੀ ਵੱਖਰਾ ਵੇ। ਅਤੇ ਉਹ ਵੀ ਮਾਂ ਦੇ ਹੱਥ ਦਾ ਫਿਰ ਜ਼ਾਇਕਾ ਤਾਂ ਤੁਹਾਨੂੰ ਪਤਾ ਹੈ। ਅੱਲਾ ਸਭ ਦੀਆਂ ਮਾਵਾਂ ਨੂੰ ਸਲਾਮਤ ਰੱਖੇ, ਆਬਾਦ ਰੱਖੇ ਅਤੇ ਅੱਲਾ ਸਭ ਦੇ ਪੁੱਤਰਾਂ ਨੂੰ ਮਾਂ ਬਾਪ ਦੀ ਇੱਜ਼ਤ ਕਰਨ ਦੀ ਤੌਫੀਕ ਦੇਵੇ। ਅਤੇ ਦੇਖੋ ਇੰਝ ਸਾਰੇ ਭਰ ਲੈਣੀਆਂ ਨੇ ਮਿਰਚਾਂ। ਮੈਂ ਆਪਣੀਆਂ ਭਰ ਕੇ ਅਤੇ ਤੁਹਾਨੂੰ ਹੁਣ ਵਿਖਾਉਂਦੀ ਪਈ ਹਾਂ ਅਤੇ ਤੁਸੀਂ ਵੀ ਇੰਝ ਹੀ ਭਰਨੀਆਂ ਜੇ। ਅਤੇ ਇਹ ਮਿਰਚਾਂ ਭਰੀਆਂ, ਇਹ ਦੇਖੋ ਸਾਰੀਆਂ ਮੈਂ ਮਿਰਚਾਂ ਭਰ ਲਈਆਂ ਨੇ। ਮਾਸ਼ਾਅੱਲਾ ਮਾਸ਼ਾਅੱਲਾ ਦੇਖੋ ਮਿਰਚਾਂ ਦਾ ਰੰਗ ਕਿੱਡਾ ਪਿਆਰਾ ਆਇਆ ਹੈ। ਅਤੇ ਉੱਤੇ ਮੈਂ ਨਿੰਬੂ ਜੋੜ ਲੈਣੇ ਨੇ। ਨਿੰਬੂ ਜੋੜ ਕੇ ਅਤੇ ਜਿਹੜਾ ਮੇਰਾ ਮਸਾਲਾ ਬਚਿਆ ਵੇ ਅਤੇ ਉਹ ਮੈਂ ਨਿੰਬੂਆਂ ਦੇ ਉੱਤੇ ਲਾ ਲਾਂਗੀ। ਇਸ ਲਈ ਨਿੰਬੂਆਂ ਦੇ ਉੱਤੇ ਲਾ ਲਾਂਗੀ ਕਿ ਜਿਹੜਾ ਨਮਕ ਮਿਰਚਾਂ ਜਿਹੜੀਆਂ ਨਾ ਨਿੰਬੂ ਦੇ ਵਿੱਚ ਵੀ ਰਚ ਜਾਣ ਅਤੇ ਨਿੰਬੂ ਦੇ ਵਿੱਚੋਂ ਵੀ ਜ਼ਾਇਕਾ ਆਵੇ ਮਸਾਲੇ ਦਾ। ਅਤੇ ਕਈ ਤਾਂ ਨਮਕ ਅਤੇ ਹਲਦੀ ਲਾ ਕੇ ਰੱਖ ਦਿੰਦੇ ਨੇ। ਅਸੀਂ ਮਸਾਲਾ ਹੀ ਉੱਤੇ ਲਾ ਦਿੱਤਾ ਵੇ ਤਾਂ ਕਿ ਮਸਾਲੇ ਦੇ ਵਿੱਚ ਇੱਕੋ ਜਿਹੇ ਹੋ ਜਾਣ। ਅਤੇ ਹੁਣ ਅਸੀਂ ਅੰਬਾਂ ਵੱਲ ਚੱਲਦੇ ਹਾਂ ਕਿ ਸਾਡੇ ਅੰਬ ਖੁਸ਼ਕ ਹੋ ਗਏ ਨੇ। ਅਸੀਂ ਪਹਿਲੇ ਟੋਕਰੀ 'ਚ ਪਾ ਕੇ ਰੱਖੇ ਸੀ। ਤਕਰੀਬਨ 2-3 ਘੰਟੇ ਉਹਨਾਂ ਨੂੰ ਰੱਖਿਆ ਸੀ ਕਿ ਖੁਸ਼ਕ ਹੋ ਜਾਣ ਪੱਖੇ ਥੱਲੇ। ਅਤੇ ਇਹ ਹੁਣ ਮਸਾਲੇ ਮੈਂ ਤੁਹਾਨੂੰ ਵਿਖਾਉਣ ਲੱਗੀ ਹਾਂ ਜਿਹੜੇ ਅਸੀਂ ਅਚਾਰ ਦੇ ਵਿੱਚ ਪਾਉਣੇ ਨੇ। ਪਾਈਆ ਲਸਣ ਅਤੇ 3 ਚਮਚ ਦਾਦੜੀਆਂ ਮਿਰਚਾਂ ਅਤੇ ਮੇਥਰੇ ਨੇ
ਇਹਨਾਂ ਨੂੰ ਮੈਂ ਪੀਸ ਲਿਆ 4 ਚਮਚ ਨੇ। ਮਸਾਲਾ ਜ਼ਰਾ ਅਸੀਂ ਘੱਟ ਹੀ ਖਾਂਦੇ ਹਾਂ। ਅਤੇ ਸੌਂਫ ਹੈਗੀ ਹੈ ਪੀਸੀ, ਇਹ 4 ਚਮਚ ਨੇ। ਮੈਂ ਪੀਸ ਕੇ ਹੀ ਮਸਾਲਾ ਇਸਤੇਮਾਲ ਕਰਨੀ ਆ, ਸਾਬਤ ਮੈਨੂੰ ਅੱਛਾ ਨਹੀਂ ਲੱਗਦਾ। ਅਤੇ ਇਹ ਸੁੱਕਾ ਧਨੀਆ ਤਕਰੀਬਨ 4 ਚਮਚ ਹੈਗੇ ਨੇ ਵੱਡੇ, ਅਤੇ 2 ਚਮਚ ਹੈਗੇ ਨੇ ਕਲਵੰਜੀ, ਅਤੇ 2 ਚਮਚ ਗਰਮ ਮਸਾਲਾ। ਗਰਮ ਮਸਾਲਾ ਤੁਹਾਡੀ ਆਪਣੀ ਚੁਆਇਸ ਹੈਗੀ, ਜੇ ਤੁਸੀਂ ਪਾਉਣਾ ਚਾਹੁੰਦੇ ਜੇ ਪਾ ਸਕਦੇ, ਨਹੀਂ ਤੇ ਨਹੀਂ ਪਾ ਸਕਦੇ। ਅਤੇ ਨਮਕ ਅਸੀਂ ਹਸਬੇ ਜ਼ਾਇਕਾ ਹੀ ਉਹੀ ਅੱਧਾ ਕਿਲੋ ਅਸੀਂ ਪਾ ਲਾਂਗੇ। 5 ਚਮਚ ਅਸੀਂ ਸੁਰਖ ਮਿਰਚਾਂ ਦੇ ਲਵਾਂਗੇ। ਮਿਰਚਾਂ ਜ਼ਿਆਦਾ ਤੇਜ਼ ਹੀ ਅਚਾਰ 'ਚ ਮਜ਼ੇਦਾਰ ਲੱਗਦੀਆਂ ਨੇ। ਮਿਰਚਾਂ ਵੀ ਅਸੀਂ ਪਾ ਲਈਆਂ, ਅਤੇ ਹਲਦੀ ਅਸੀਂ ਤੁਹਾਡਾ ਦਿਲ ਕਰਦਾ ਤਾਂ ਤੁਸੀਂ ਪਾ ਸਕਦੇ ਜੇ, ਨਹੀਂ ਤਾਂ ਅਸੀਂ ਤਾਂ ਅੰਬਾਂ ਨੂੰ ਹਲਦੀ ਫਾਲਤੂ ਹੀ ਲਾਈ ਸੀ, ਅਤੇ ਇਸ ਲਈ ਮੈਂ ਇਹਦੇ 'ਚ ਹੁਣ ਹਲਦੀ ਨਹੀਂ ਪਾਈ। ਅਤੇ ਅਸੀਂ ਮਸਾਲੇ ਸਾਰੇ ਮਿਕਸ ਕਰ ਲਏ ਨੇ। ਮਿਕਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਇੱਕ ਜਾਨ ਕਰ ਲੈਣਾ ਮਸਾਲੇ ਨੂੰ। ਅਤੇ ਅਸੀਂ ਇਹਦੇ ਵਿੱਚ ਹੁਣ ਅੰਬ ਪਾ ਦਾਂਗੇ ਜਿਹੜੇ ਕੱਟੇ ਨੇ। ਉਹਨਾਂ ਨੂੰ ਚੰਗੀ ਤਰ੍ਹਾਂ ਖੁਸ਼ਕ ਕਰ ਲੈਣਾ ਹੈ, ਕਿਉਂਕਿ ਉਹਨਾਂ ਨੂੰ ਖੁਸ਼ਕ ਕਰਨਾ ਹੀ ਕਰਾਂਗੇ ਤਾਂ ਅਚਾਰ ਬਿਲਕੁਲ ਸਹੀ ਹੋਏਗਾ, ਕਿਉਂਕਿ ਪਾਣੀ ਜੇ ਰਵੇ ਤਾਂ ਫਿਰ ਪਾਣੀ ਦੇ ਨਾਲ ਅਚਾਰ ਖਰਾਬ ਹੋਣ ਦਾ ਡਰ ਹੈ। ਅਤੇ ਇਸ ਲਈ ਅਸੀਂ ਉਹਨਾਂ ਨੂੰ ਪੱਖੇ ਥੱਲੇ ਫੈਲਾ ਕੇ ਅਸੀਂ ਖੁਸ਼ਕ ਕਰ ਲਿਆ ਸੀ, ਅਤੇ ਅਸੀਂ ਫਿਰ ਟੋਕਰੀ 'ਚ ਪਾ ਲਿਆ। ਅਤੇ ਇਹ ਵੇਖੋ ਅਸੀਂ ਹੁਣ ਮਸਾਲੇ ਦੇ ਵਿੱਚ ਮਿਕਸ ਕਰਨ ਡਏ ਹਾਂ, ਅਤੇ ਦੋਵਾਂ ਹੱਥਾਂ ਦੇ ਨਾਲ ਤੁਸੀਂ ਮਿਕਸ ਕਰੋ ਇੰਝ। ਹੁਣ ਅਸੀਂ ਬਾਲਟੀ ਰੱਖ ਲਈਏ, ਅਤੇ ਅਸੀਂ ਸਭ ਤੋਂ ਥੱਲੇ ਚਨੇ ਪਾਉਣੇ ਨੇ। ਚਨੇ ਇਸ ਲਈ ਪਾਈਦੇ ਕਿ ਜੇ ਕਿਤੇ ਅਸੀਂ ਪਾਏ ਨੇ ਨਿੰਬੂ ਅਤੇ ਸਬਜ਼ ਮਿਰਚਾਂ ਪਾਈਆਂ ਨੇ, ਅਤੇ ਇਹਨਾਂ ਦਾ ਪਾਣੀ ਥੋੜ੍ਹਾ ਬਹੁਤਾ ਨਿਕਲੇਗਾ ਅਤੇ ਉਹ ਚਨੇ ਜਜ਼ਬ ਕਰ ਲੈਣਗੇ। ਅਤੇ ਦੇਖੋ ਅਸੀਂ ਸਾਰੇ ਪਾ ਲਿਆ ਥੱਲੇ ਸਾਰਾ ਕੁਛ, ਮਿਰਚਾਂ ਅਤੇ ਨਿੰਬੂ ਪਾ ਲਏ ਨੇ। ਉੱਤੇ ਅਸੀਂ ਅੰਬ ਪਾ ਦਾਂਗੇ। ਅੰਬ ਅਸੀਂ ਸਾਰੇ ਹੀ ਪਾ ਲੈਣੇ ਨੇ, ਸਾਰੇ ਅੰਬ ਪਾ ਲਏ ਨੇ। ਇੰਝ ਤੁਸੀਂ ਵੀ ਇੰਝ ਹੀ ਪਾਉਣਾ ਅਚਾਰ, ਅਤੇ ਮਾਸ਼ਾਅੱਲਾ ਸਾਲਾਂ ਦੇ ਸਾਲ ਤੁਹਾਡਾ ਅਚਾਰ ਕਦੀ ਖ਼ਰਾਬ ਨਹੀਂ ਹੋਏਗਾ। ਅਸੀਂ ਮਸਾਲਾ ਪਾ ਕੇ ਅੰਬ ਵਿੱਚ ਪਾ ਦਿੱਤੇ ਨੇ, ਅਤੇ ਅਸੀਂ ਜਿਸ ਦਿਨ ਅੰਬ ਪਾਉਣੇ ਉਸੇ ਦਿਨ ਅਸੀਂ ਤੇਲ ਨਹੀਂ ਪਾਉਣਾ। ਅਸੀਂ ਤੇਲ ਇੱਕ ਦਿਨ ਪੂਰਾ ਅਸੀਂ ਉਹਨੂੰ ਰੱਖਣਾ ਹੈ, ਕੱਜ ਕੇ ਢੱਕ ਕੇ ਰੱਖ ਦੇਣਾ ਵੇ, ਅਤੇ ਦੂਸਰੇ ਦਿਨ ਅਸੀਂ ਤੇਲ ਪਾਉਣਾ। ਅਸੀਂ ਜਿਹੜਾ ਤੁਹਾਨੂੰ ਤੇਲ ਪਾ ਕੇ ਵਹਾ ਰਹੇ ਹਾਂ, ਅਸੀਂ ਦੂਸਰੇ ਦਿਨ ਅਚਾਰ ਦੇ ਵਿੱਚ ਤੇਲ ਪਾਇਆ ਹੈ, ਕਿਉਂਕਿ ਇੱਕ ਦਿਨ ਅਸੀਂ ਪੂਰਾ ਰੱਖੀਦਾ ਇਸ ਲਈ ਕਿ ਨਮਕ ਮਿਰਚੀ ਜ਼ਰਾ ਚੰਗੀ ਤਰ੍ਹਾਂ ਅਚਾਰ ਦੇ ਵਿੱਚ ਰਚ ਜਾਂਦੀ। ਅਤੇ ਅੱਲਾ ਹਾਫਿਜ਼। ਆਪਣਾ ਅਤੇ ਆਪਣੇ ਘਰ ਵਾਲਿਆਂ ਦਾ ਖਿਆਲ ਰੱਖਣਾ, ਅਤੇ ਅੱਲਾ ਹਮੇ ਨਾਸਰ।